Hello my dear friends and my dear students, welcome to Vidya English class। ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਹੋਰ ਕਲਾਸ ਅਜਿਹੀ ਲੈ ਕੇ ਆਇਆ ਹਾਂ ਜਿਹਦੇ ਵਿੱਚ ਕਿ ਨਾ ਕਿ ਮੈਂ ਸਿਰਫ ਇੱਕ ਟੌਪਿਕ ਡਿਸਕਸ ਕਰਾਂਗਾ ਆਪਣੀ ਪਹਿਲੀ ਕਲਾਸ ਦੇ ਵਾਂਗ ਇਹਦੇ ਵਿੱਚ ਵੀ ਮੈਂ ਤੁਹਾਡੇ ਨਾਲ ਤਿੰਨ ਟੌਪਿਕ ਡਿਸਕਸ ਕਰੂੰਗਾ ਤੇ ਮੈਂ ਵਾਅਦਾ ਕਰ ਦਾਂਗਾ ਸਿਰਫ 15 ਜਾਂ 20 ਮਿੰਟ ਦੇ ਵਿੱਚ ਤੁਹਾਨੂੰ ਮੈਂ ਜੋ ਟੌਪਿਕ ਲਿਖੇ ਹੋਏ ਨੇ ਟ੍ਰਾਂਸਲੇਸ਼ਨ, ਟੈਂਸਸ ਤੇ ਵੌਇਸ, ਤੁਸੀਂ ਕਹੋਗੇ ਸਾਨੂੰ 5 6 7 ਸਾਲ ਨੇ ਕਿੰਨਾ ਟਾਈਮ ਹੋ ਗਿਆ ਇਹਨੂੰ ਕਰਦਿਆਂ ਹੋਇਆਂ ਨੂੰ, ਪਰ ਸਾਨੂੰ ਹਜੇ ਤੱਕ ਪੱਲੇ ਨਹੀਂ ਪਈ। ਤੁਹਾਡਾ ਉਹ ਸਾਰਾ ਕੁਝ ਮੈਂ ਅੱਜ ਕਲੀਅਰ ਕਰ ਦੂੰਗਾ ਮੈਂ, ਕਿਉਂਕਿ ਜੋ ਕੰਪੀਟੀਟਿਵ ਐਗਜ਼ਾਮ ਦੇ ਲੈਵਲ ਦਾ ਹੈ ਉਹਦੇ ਵਿੱਚ ਸਾਨੂੰ ਕਿਹੜੀ ਚੀਜ਼ਾਂ ਦੀ ਲੋੜ ਪੈਂਦੀ ਹੈਗੀ, ਕਿਹੜੀ ਗੱਲਾਂ ਦਾ ਧਿਆਨ ਰੱਖਣਾਗਾ, ਮੈਂ ਤੁਹਾਨੂੰ ਇਹੀ ਸਿਖਾਊਂਗਾ। ਬਸ ਤੁਸੀਂ ਕੀ ਕਰਨਾਗਾ, ਸਿਰਫ ਇੰਨਾ ਕੰਮ ਕਰਨਾਗਾ ਕਿ ਲਾਸਟ ਤੱਕ ਤੁਸੀਂ ਮੇਰੇ ਨਾਲ ਜੁੜੇ ਰਹਿਣਾਗਾ ਤਾਂ ਕਿ ਆਪਾਂ ਇੱਕ ਚੀਜ਼ ਬੜੇ ਧਿਆਨ ਨਾਲ ਕਰ ਸਕੀਏ। ਤਿਆਰ ਹੋ ਜੀ? ਫਿਰ ਆਪਾਂ ਸਟਾਰਟ ਕਰਾਂਗੇ ਅੱਜ ਦੀ ਜੋ ਕਲਾਸ ਹੈ। ਪਹਿਲਾਂ ਟ੍ਰਾਂਸਲੇਸ਼ਨ ਦੇ ਲਈ, ਟ੍ਰਾਂਸਲੇਸ਼ਨ ਦੇ ਲਈ ਸਭ ਤੋਂ ਪਹਿਲਾਂ ਕੀ ਚੀਜ਼ ਦੀ ਲੋੜ ਹੁੰਦੀ ਹੈਗੀ ਮੈਂ ਤੁਹਾਨੂੰ ਦੱਸ ਦਵਾਂ। ਟ੍ਰਾਂਸਲੇਸ਼ਨ ਕਰਨਾ ਤੁਹਾਡੇ ਖੱਬੇ ਹੱਥ ਦਾ ਕੰਮ ਹੋ ਸਕਦਾ ਹੈਗਾ, ਬਸ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਟ੍ਰਾਂਸਲੇਸ਼ਨ ਕਰਨੀ ਹੈ ਕਿ ਤੁਸੀਂ ਜੋ ਤੁਹਾਡਾ ਵਾਕ ਹੈ, ਚਾਹੇ ਉਹ ਪੰਜਾਬੀ ਹੈਗਾ ਚਾਹੇ ਤੁਹਾਡੇ ਕੋਲੇ ਹਿੰਦੀ ਆਈ ਹੈਗੀ, ਜਦੋਂ ਪੰਜਾਬੀ ਜਾਂ ਹਿੰਦੀ ਦਾ ਤੁਹਾਡੇ ਕੋਲੇ ਵਾਕ ਆ ਗਿਆ ਤਾਂ ਤੁਸੀਂ ਕੀ ਕਰਨਾ, ਵਾਕ ਦੇ ਪਿੱਛੇ ਵੇਖਣਾ ਹੈਗਾ ਵੀ ਵਾਕ ਦੇ ਪਿੱਛੇ ਕੀ ਹੈਗਾ। ਵਾਕ ਦੇ ਪਿੱਛੇ ਬਹੁਤ ਕੁਝ ਹੁੰਦਾ ਹੈਗਾ। ਕਿਵੇਂ? ਜਦੋਂ ਤੁਹਾਡੇ ਕੋਲ ਇੱਕ ਪੰਜਾਬੀ ਦਾ ਵਾਕ ਹੈ, ਮਤਲਬ ਜਿਵੇਂ ਪੰਜਾਬੀ ਦਾ ਵਾਕ ਸਮਝੋ, ਮੈਂ ਰੋਜ਼ਾਨਾ ਸੈਰ ਕਰਦਾ ਹਾਂ। ਅਸੀਂ ਵਾਕ ਦੇ ਪਿੱਛੇ ਵੇਖਿਆ ਵੀ ਇਹਦੇ ਵਿੱਚ ਹਾਂ ਲੱਗਿਆ ਹੋਇਆ, ਜਿੱਥੇ ਸਾਨੂੰ ਪਤਾ ਲੱਗ ਗਿਆ ਕਿ ਗੱਲ ਹੁੰਦੀ ਹੈਗੀ, ਪ੍ਰੈਜ਼ੈਂਟ ਦੀ ਹੈਗੀ, ਮਤਲਬ ਵਰਤਮਾਨ ਦੀ ਹੈਗੀ। ਇੱਕ ਕੰਮ ਹੋ ਗਿਆ। ਦੂਸਰੀ ਚੀਜ਼, ਵਾਕ ਦੇ ਪਿੱਛੇ ਅਸੀਂ ਕਿਰਿਆ ਵਰਬ ਲੱਭਣੀ ਹੁੰਦੀ ਹੈ। ਕਿਰਿਆ ਜਾਂ ਵਰਬ ਲੱਭੋ। ਕਿਉਂ ਲੱਭੋ? ਕਿਉਂਕਿ ਕਿਰਿਆ ਤੋਂ ਹੀ ਤੀਸਰੀ ਚੀਜ਼ ਸਾਨੂੰ ਨਿਕਲੂਗੀ। ਪਹਿਲਾਂ ਮੈਂ ਸਮਝਾਇਆ ਵਰਬ ਕਿੱਥੇ ਹੁੰਦੀ ਹੈਗੀ, ਅਖੀਰ ਵਿੱਚ ਹੁੰਦੀ ਹੈਗੀ ਵਾਕ ਦੇ ਅਖੀਰ ਵਿੱਚ। ਪਰ ਹੈ, ਹਨ, ਸੀ, ਸਨ ਤੋਂ ਪਹਿਲਾਂ ਜਦੋਂ ਸਾਨੂੰ ਕਿਰਿਆ ਲੱਭ ਜਾਂਦੀ ਹੈਗੀ, ਦੇਖੋ ਸਾਡੇ ਕੋਲੇ ਹਾਂ ਮਿਲ ਗਿਆ, ਪਤਾ ਲੱਗ ਗਿਆ ਵੀ ਇਹ ਵਰਤਮਾਨ ਦੇ ਵਿੱਚ ਹੈਗਾ। ਵਰਤਮਾਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਸਿਰਫ ਵਰਤਮਾਨ ਨਹੀਂ ਹੈਗਾਗਾ, ਪਰ ਇਹਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਨੇਗੀਆਂ। ਉਹ ਕਿਹੜੀਆਂ ਚੀਜ਼ਾਂ ਨੇਗੀਆਂ? ਜਿਵੇਂ ਕਿਰਿਆ ਲੱਭਣੀ ਆਪਾਂ ਨੇ। ਹੁਣ ਕਿਰਿਆ ਜੋ ਦੇਖੀ ਵੀ ਇਹਦੀ ਕਿਰਿਆ ਕੀ ਹੁੰਦੀ ਹੈ, ਮੈਂ ਤੁਹਾਨੂੰ ਇੱਕ ਸਿੱਧੀ ਜਿਹੀ ਗੱਲ ਦੱਸਦਾ, ਕਿਰਿਆ ਉਹ ਚੀਜ਼ ਜੋ ਇੱਕੋ ਜਿਹੀ ਨਹੀਂ ਰਹਿੰਦੀ, ਬਦਲਦੀ ਰਹਿੰਦੀ ਹੈਗੀ। ਜਿਵੇਂ ਸੈਰ ਕਰਦਾ, ਇਹ ਸਾਡੀ ਕਿਰਿਆ ਹੈਗੀ। ਇਹ ਕੰਮ ਹੋ ਗਿਆ ਸਾਡਾ। ਉਸ ਤੋਂ ਬਾਅਦ ਤੀਸਰਾ ਕੰਮ ਕੀ ਹੈ ਸਾਡਾ? ਤੀਸਰਾ ਕੰਮ ਇਹ ਹੈਗਾ, ਅਸੀਂ ਕਿਰਿਆ ਤੋਂ ਸਬਜੈਕਟ ਮਤਲਬ ਕਰਤਾ ਲੱਭਣਾ। ਹੁਣ ਉਹ ਕਿਵੇਂ ਲੱਭਿਆ ਜਾਊਗਾ? ਉਹ ਲੱਭਿਆ ਜਾਊਗਾ ਜੋ ਕਿਰਿਆ ਕਰਦਾ, ਉਹ ਕੀ ਹੁੰਦਾ ਹੈਗਾ? ਉਹ ਹੁੰਦਾ ਸਾਡਾ ਸਬਜੈਕਟ। ਹੁਣ ਦੇਖੋ ਇਹਦੇ ਵਿੱਚ ਸੈਰ ਕਰਦਾ, ਸੈਰ ਕਰਨ ਵਾਲਾ ਕੌਣ ਹੈਗਾ ਇੱਥੇ? ਦੱਸੋ ਜਲਦੀ। ਸੈਰ ਕਰਨ ਵਾਲਾ ਕੌਣ ਹੈ ਇੱਥੇ? ਬਿਲਕੁਲ ਸਹੀ ਜਵਾਬ ਤੁਹਾਡਾ, ਸੈਰ ਕਰਨ ਵਾਲਾ ਇੱਥੇ ਹੈ ਮੈਂ। ਮਤਲਬ ਇਹ ਸਾਡਾ ਕੌਣ ਹੈ ਇੱਥੇ? ਕਰਤਾ। ਕਰਤਾ ਕੌਣ ਹੁੰਦਾ ਹੈਗਾ? ਜੋ ਕਿਰਿਆ ਕਰਦਾ ਹੈਗਾ। ਜੋ ਕਿਰਿਆ ਕਰਦਾ ਹੈਗਾ ਉਸ ਨੂੰ ਕਹਿੰਦੇ ਨੇਗੇ ਕਰਤਾ। ਉਸ ਤੋਂ ਬਾਅਦ ਜਦੋਂ ਸਾਨੂੰ ਸਬਜੈਕਟ ਮਿਲ ਜਾਂਦਾ ਹੈਗਾ, ਆਬਜੈਕਟ ਵਰਬ ਦੀ ਫਾਰਮ ਮਿਲ ਜਾਂਦੀ ਹੈ, ਤਾਂ ਜਿਹੜੀ ਚੀਜ਼ ਬਚਦੀ ਹੈਗੀ ਉਹ ਅਸੀਂ ਇੰਗਲਿਸ਼ ਦੇ ਵਾਕ ਦੇ ਵਿੱਚ ਠੀਕ ਚਲਾ ਦਿੰਦੇ ਹੁੰਦੇ ਆਂਗੇ। ਮਤਲਬ ਕਿਰਿਆ ਜਿਸ ਲਈ ਹੋਵੇ ਉਸ ਨੂੰ ਕੀ ਕਹਿੰਦੇ ਹੈਗੇ? ਆਬਜੈਕਟ। ਹੁਣ ਤੁਹਾਨੂੰ ਤਿੰਨ ਚੀਜ਼ਾਂ ਦਾ ਪਤਾ ਲੱਗ ਗਿਆ। ਕਿਹੜੀ ਚੀਜ਼ਾਂ ਦਾ ਪਤਾ ਲੱਗ ਗਿਆ ਤੁਹਾਨੂੰ? ਪਹਿਲੀ ਚੀਜ਼ ਤੁਹਾਨੂੰ ਪਤਾ ਲੱਗੀ, ਵਰਬ ਕਿੱਥੇ ਪਈ ਹੁੰਦੀ ਹੈ? ਵਾਕ ਦੇ ਅਖੀਰ ਵਿੱਚ। ਟ੍ਰਾਂਸਲੇਸ਼ਨ ਦਾ ਗੁਰ ਦੱਸ ਰਿਹਾ ਤੁਹਾਨੂੰ ਮੈਂ, 5 ਮਿੰਟ ਵਿੱਚ ਟ੍ਰਾਂਸਲੇਸ਼ਨ ਕਰਨ ਲੱਗ ਜਾਓਗੇ। ਦੂਸਰੀ ਚੀਜ਼, ਇੱਕ ਆਪਾਂ ਨੇ ਲੱਭਣਾ ਹੈਗਾ ਸਬਜੈਕਟ। ਸਬਜੈਕਟ ਕੌਣ ਹੁੰਦਾ? ਜੋ ਕਿਰਿਆ ਕਰਦਾ ਹੈਗਾ। ਤੀਸਰਾ ਹੈ ਆਬਜੈਕਟ, ਕਿਰਿਆ ਜਿਸ ਵਾਸਤੇ ਹੁੰਦੀ ਹੈਗੀ। ਅਗਰ ਤੁਹਾਨੂੰ ਦਿੱਕਤ ਆਉਂਦੀ ਹੈਗੀ ਆਬਜੈਕਟ ਲੱਭਣ ਦੇ ਵਿੱਚ, ਟੈਨਸ਼ਨ ਨਾ ਲਓ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਜਦੋਂ ਮੈਂ ਹੈਗਾਗਾ, ਤੁਹਾਡਾ ਵੱਡਾ ਭਾਈ ਹੈਗਾ ਤੁਹਾਡੇ ਨਾਲ,
ਤੁਸੀਂ ਸਿਰਫ ਇਹ ਕਰਨਾ ਹੈਗਾ ਕਿ ਤੁਸੀਂ ਸਿਰਫ ਦੋ ਚੀਜ਼ਾਂ ਲੱਭ ਲੈਣੀਆਂ, ਇੱਕ ਵਰਬ ਲੱਭ ਲੈਣੀ ਆ, ਵਰਬ ਤੋਂ ਸਾਨੂੰ ਸਬਜੈਕਟ ਦਾ ਪਤਾ ਲੱਗ ਜਾਊਗਾ। ਜਦੋਂ ਸਾਨੂੰ ਸਬਜੈਕਟ ਤੇ ਵਰਬ ਮਿਲ ਗਈ ਉਸ ਤੋਂ ਬਾਅਦ ਜਿਹੜੀ ਚੀਜ਼ ਬਚ ਗਈ ਉਹ ਸਾਡਾ ਆਬਜੈਕਟ ਆ, ਮਤਲਬ ਵਾਕ ਦੇ ਇੰਗਲਿਸ਼ ਵਾਕ ਦੇ ਲਾਸਟ ਵਿੱਚ ਲੱਗੂਗਾ ਉਹ। ਤਾਂ ਹੁਣ ਸਾਨੂੰ ਤਿੰਨ ਚੀਜ਼ਾਂ ਮਿਲ ਗਈਆਂ, ਸਬਜੈਕਟ ਮਿਲ ਗਿਆ, ਸਾਨੂੰ ਵਰਬ ਮਿਲ ਗਈ, ਸਾਨੂੰ ਆਬਜੈਕਟ ਮਿਲ ਗਿਆ। ਹੁਣ ਮੇਨ ਗੱਲ, ਇੰਗਲਿਸ਼ ਦਾ ਜਦੋਂ ਵਾਕ ਬਣਦਾ ਹੁੰਦਾ ਹੈਗਾ, ਇੰਗਲਿਸ਼ ਦਾ ਵਾਕ ਉਹਦੇ ਵਿੱਚ ਪਹਿਲਾਂ ਸਬਜੈਕਟ ਲੱਗਦਾ ਹੈਗਾ, ਮੈਂ ਛੋਟਾ ਪਾਇਆ ਇਸ ਇੱਥੇ ਮਤਲਬ ਸਬਜੈਕਟ, ਉਸ ਤੋਂ ਬਾਅਦ ਐਗਜ਼ਿਲਰੀ ਲੱਗਦੀ ਹੁੰਦੀ ਹੈਗੀ, ਕਈ ਵਾਰ ਲੱਗ ਜਾਂਦੀ ਹੈ ਕਈ ਵਾਰ ਨਹੀਂ ਲੱਗਦੀ, ਉਸ ਤੋਂ ਬਾਅਦ ਵਰਬ ਦੀ ਫਾਰਮ ਲੱਗਦੀ ਹੈ, ਉਸ ਤੋਂ ਬਾਅਦ ਲੱਗਦਾ ਹੈਗਾ ਆਬਜੈਕਟ। ਹਾਂ ਰੁਕੋ ਮੈਨੂੰ ਪਤਾ ਤੁਹਾਨੂੰ ਆਹ ਚੀਜ਼ ਸ਼ਾਇਦ ਕਈਆਂ ਨੂੰ ਪਤਾ ਨਹੀਂ ਲੱਗੀ ਵੀ ਐਗਜ਼ਿਲਰੀ ਕੀ ਹੈਗੀ। ਵੈਸੇ ਮੈਂ ਪਹਿਲੀ ਕਲਾਸ ਦੇ ਵਿੱਚ ਦੱਸਿਆ ਤੁਹਾਨੂੰ ਮੈਂ ਐਗਜ਼ਿਲਰੀ ਕੀ ਹੁੰਦੀ ਹੈ। ਐਗਜ਼ਿਲਰੀ ਦੀਆਂ ਦੋ ਟਾਈਪਸ ਹੁੰਦੀਆਂ ਨੇ, ਇੱਕ ਤਾਂ ਹੁੰਦੀ ਹੈ ਕਿ ਹੈਲਪਿੰਗ ਵਰਬ, ਇੱਕ ਹੁੰਦੀ ਹੈ ਕਿ ਮਾਡਲ। ਹੈਲਪਿੰਗ ਵਰਬ ਦੇ ਵਿੱਚ ਕੀ ਆ ਜਾਂਦਾ, ਬੋਲ ਕੇ ਦੱਸਦਾ ਤੁਹਾਨੂੰ ਮੈਂ। ਹੈਲਪਿੰਗ ਵਰਬ ਦੇ ਵਿੱਚ ਕੀ ਆ ਜਾਂਦਾ, ਇਹਦੇ ਵਿੱਚ ਇਜ਼, ਐਮ, ਆਰ, ਵਾਜ਼, ਵਰ, हैज, हैव, had, ठीक है जी, do, does, did, ਇਹ ਚੀਜ਼ਾਂ ਹੈਲਪਿੰਗ ਵਰਬ ਦੇ ਵਿੱਚ ਆਉਂਦੀਆਂ ਨਹੀਂ ਹੈ। ਪਰ ਜੇ ਆਪਾਂ ਗੱਲ ਕਰੀਏ ਮਾਡਲ ਦੀ ਤਾਂ ਮਾਡਲ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ, will, shall, would, ਬੋਲੋ ਨਾਲ ਲਿਖੋ ਵੀ ਤੁਸੀਂ, would, should, can, could, may, might, must। ਤਾਂ ਐਗਜ਼ਿਲਰੀ ਦਾ ਮਤਲਬ ਸਿਰਫ ਇਹ ਹੁੰਦਾ ਹੈਗਾ। ਲੋ ਜੀ ਹੁਣ ਆਪਾਂ ਜੋ ਕੁਝ ਸਿੱਖਿਆ ਉਹਨੂੰ ਹੁਣ ਅਸੀਂ ਪ੍ਰੈਕਟੀਕਲ ਕਰਕੇ ਵੇਖੀਏ। ਮੈਨੂੰ ਪਤਾ ਤੁਹਾਡੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਨੇ ਵੀ ਇੰਨੇ ਕੁ ਨਾਲ ਤਾਂ ਗੱਲ ਬਣਦੀ ਨਹੀਂ ਜੀ, ਬਿਲਕੁਲ ਨਹੀਂ ਬਣਦੀ। ਮੈਂ ਤੁਹਾਨੂੰ ਦੱਸੂਗਾ ਵੀ ਅਗਰ ਵਾਕ ਦੇ ਪਿੱਛੇ ਆ ਹੋਵੇ ਤਾਂ ਆਹ ਵਰਬ ਦੀ ਫਾਰਮ ਲੱਗਦੀ ਆ, ਅਗਰ ਆ ਹੋਵੇ ਤਾਂ ਵਰਬ ਦੀ ਫਾਰਮ ਆਹ ਲੱਗਦੀ ਆ। ਫਿਲਹਾਲ ਤੁਸੀਂ ਸਮਝ ਗਏ ਸਬਜੈਕਟ, ਵਰਬ ਤੇ ਆਬਜੈਕਟ ਕੀ ਹੁੰਦਾ ਹੈਗਾ, ਸਮਝ ਗਏ ਨਾ। ਹੁਣ ਮੈਂ ਤੁਹਾਨੂੰ ਵਾਕ ਬਣਾ ਕੇ ਦੱਸਦਾ ਤੁਹਾਨੂੰ। ਮੈਂ ਮੰਨ ਲਓ ਇੱਕ ਵਾਕ ਸੀਗਾ, ਵੈਸੇ ਉੱਪਰ ਵੀ ਬਣਿਆ ਸੀਗਾ, ਮੈਂ ਰੋਜ਼ਾਨਾ ਸੈਰ ਕਰਦਾ। ਹੁਣ ਮੈਂ ਲਿਖਦਾ, ਮੈਂ ਰੋਜ਼ਾਨਾ ਫੁੱਟਬਾਲ ਖੇਡਦਾ ਹਾਂ। ਜਿਹੜਾ ਪੰਜਾਬੀ ਦਾ ਵਾਕ ਹੁੰਦਾ ਨਾ, ਪੰਜਾਬੀ ਦੇ ਵਾਕ ਦੀ ਸਟਰਕਚਰ ਕੀ ਹੁੰਦੀ ਹੈ। ਪੰਜਾਬੀ ਦੇ ਵਾਕ ਦੇ ਵਿੱਚ ਪਹਿਲਾਂ ਸਬਜੈਕਟ ਲੱਗਿਆ ਹੁੰਦਾ ਹੈਗਾ, ਫਿਰ ਆਬਜੈਕਟ ਲੱਗਿਆ ਹੁੰਦਾ ਹੈਗਾ, ਫਿਰ ਕਿਰਿਆ ਲੱਗੀ ਹੁੰਦੀ ਹੈਗੀ। ਪਰ ਇੰਗਲਿਸ਼ ਦੇ ਵਾਕ ਦੇ ਵਿੱਚ ਥੋੜਾ ਜਿਹਾ ਅਲੱਗ ਹੁੰਦਾ ਹੈਗਾ। ਇੰਗਲਿਸ਼ ਦੇ ਵਾਕ ਦੇ ਵਿੱਚ ਕੀ ਫਰਕ ਹੁੰਦਾ ਹੈਗਾ, ਇੰਗਲਿਸ਼ ਦੇ ਵਾਕ ਦੇ ਵਿੱਚ ਪਹਿਲਾਂ ਸਬਜੈਕਟ ਲੱਗਦਾ ਹੈਗਾ, ਫਿਰ ਵਰਬ ਦੀ ਫਾਰਮ ਲੱਗਦੀ ਹੈ, ਫਿਰ ਲੱਗਦਾ ਹੈਗਾ ਆਬਜੈਕਟ। ਹੁਣ ਐਂ ਕਰੋ, ਦੱਸੋ ਜੀ, ਮੇਰੀ ਹੈਲਪ ਕਰੋ ਇੱਥੇ। ਇਹਦੇ ਵਿੱਚ ਮੈਂ ਰੋਜ਼ਾਨਾ ਫੁੱਟਬਾਲ ਖੇਡਦਾ, ਕਿਰਿਆ ਕਿਹੜੀ ਹੋ ਰਹੀ ਹੈ ਇਹਦੇ ਵਿੱਚ, ਦੱਸੋ ਜੀ, ਕਿਰਿਆ ਕਿਹੜੀ ਹੋ ਰਹੀ ਹੈ ਇਹਦੇ ਵਿੱਚ, ਜਲਦੀ ਦੱਸੋ, ਕਿਰਿਆ ਕਿਹੜੀ ਹੈ ਇਹਦੇ ਵਿੱਚ, ਬਿਲਕੁਲ ਸਹੀ, ਖੇਡਣਾ ਹੋਗੀ ਕਿਰਿਆ, ਮਤਲਬ ਆਪਾਂ ਵਿਚਾਲੇ ਲਿਖਤੀ। ਇੱਥੇ ਮੈਂ ਲਿਖਤਾ ਖੇਡਦਾ ਹਾਂ। ਦੂਸਰੇ ਨੰਬਰ ਦੇ ਉੱਪਰ ਹੈ ਖੇਡਣ ਵਾਲਾ ਕੌਣ ਹੈਗਾ, ਮੈਂ ਆਂਗਾ, ਤਾਂ ਮੈਂ ਕੀ ਬਣਿਆ ਇੱਥੇ, ਸਬਜੈਕਟ। ਇੱਥੇ ਬਣਿਆ ਮੈਂ ਪਲੱਸ ਖੇਡਦਾ ਹਾਂ, ਬਚਿਆ ਕੀ, ਫੁੱਟਬਾਲ, ਉਹ ਬਣਿਆ ਫੁੱਟਬਾਲ, ਉਹ ਕਦੋਂ, ਰੋਜ਼ਾਨਾ। ਤਾਂ ਇੱਥੇ ਇੰਗਲਿਸ਼ ਬਣਾਉਣਾ ਹੋਵੇ ਤਾਂ ਬਣ ਜੂ, ਮੈਂ ਦਾ ਬਣਿਆ ਆਈ, ਖੇਡਦਾ ਹਾਂ ਵੀ ਬਣਿਆ ਪਲੇ, ਤੇ ਫੁੱਟਬਾਲ ਰੋਜ਼ਾਨਾ, ਫੁੱਟਬਾਲ ਦਾ ਕੀ ਬਣਿਆ, ਫੁੱਟਬਾਲ ਰੋਜ਼ਾਨਾ ਡੇਲੀ। ਸੋ ਇਹਦਾ ਆਨਸਰ ਕੀ ਬਣ ਗਿਆ, ਆਈ ਪਲੇ ਫੁੱਟਬਾਲ ਡੇਲੀ। ਸੋ ਇਹ ਸੀਗਾ ਇੱਕ ਤਰੀਕਾ। ਦੁਬਾਰਾ ਮੈਂ ਫਿਰ ਦੱਸ ਦਵਾਂ, ਜਦੋਂ ਤੁਸੀਂ ਟ੍ਰਾਂਸਲੇਸ਼ਨ ਕਰਨੀ ਹੈਗੀ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਤੁਸੀਂ ਉਹ ਕਿਰਿਆ ਦੇ, ਉਹ ਸੈਂਟੈਂਸ ਦੇ ਬਿਲਕੁਲ ਲਾਸਟ ਵਿੱਚ ਦੇਖਣਾ, ਤੁਸੀਂ ਕਿਰਿਆ ਲੱਭਣੀ ਆ। ਪਰ ਯਾਦ ਰੱਖਿਓ ਕਿਰਿਆ ਹੈ, ਹਨ, ਸੀ, ਸਨ ਤੋਂ ਪਹਿਲਾਂ ਹੁੰਦੀ ਹੈਗੀ। ਆਪਾਂ ਕਿਰਿਆ ਲੱਭੀ, ਕਿਰਿਆ ਤੋਂ ਦੇਖ ਲਓ ਵੀ ਉਹ ਕਿਰਿਆ ਨੂੰ ਕਿਹਨੇ ਕੀਤਾ ਹੈਗਾ, ਕਿਸ ਦੁਆਰਾ ਹੋਇਆ ਹੈਗਾ, ਤਾਂ ਉਹ ਬਣ ਗਿਆ ਸਬਜੈਕਟ। ਤੇ ਕਿਰਿਆ ਜਿਸ ਵਾਸਤੇ ਹੁੰਦੀ ਹੈਗੀ ਉਹ ਬਣਿਆ ਆਬਜੈਕਟ। ਜੇ ਆਬਜੈਕਟ ਤੁਹਾਨੂੰ ਨਹੀਂ ਲੱਭ ਰਿਹਾ ਹੈਗਾ, ਤੁਸੀਂ ਸਿਰਫ ਸਬਜੈਕਟ ਤੇ ਵਰਬ ਦੀ ਫਾਰਮ ਲੱਭ ਲਓ। ਲੱਭ ਲਿਆ ਜੀ। 5 ਮਿੰਟਾਂ ਦੇ ਵਿੱਚ ਅਸੀਂ ਟ੍ਰਾਂਸਲੇਸ਼ਨ ਦਾ ਇੱਕ ਬਹੁਤ ਵੱਡਾ ਗੁਰ ਸਿੱਖ ਲਿਆ ਇਹ। ਹੁਣ ਜਿਹੜੀ ਬਾਕੀ ਕਮੀ ਰਹਿ ਗਈ ਉਹ ਮੈਂ ਤੁਹਾਨੂੰ ਹੁਣ ਪੂਰੀ ਕਰ ਦੂੰਗਾ ਮੈਂ। ਪਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਵਾਂ, ਬੜੇ ਖੁਸ਼ ਹੋ ਜਾਓਗੇ ਸੁਣ ਕੇ ਵੀ ਸਬਜੈਕਟ ਲੱਭਣਾ ਕਿੰਨਾ ਆਸਾਨ ਹੈਗਾ। ਜਿਹੜੇ ਸ਼ਬਦ ਦੇ ਮਗਰ ਨੇ ਲੱਗਿਆ ਹੁੰਦਾ, ਨੇ, ਜਿਹੜੇ ਸ਼ਬਦ ਦੇ ਮਗਰ ਨੇ ਲੱਗਿਆ ਹੁੰਦਾ ਹੈਗਾ ਨੇ, ਜਿਵੇਂ ਉਸਨੇ,
ठीक है, उसने, उन्होंने, तो वह हमेशा की हुंदा हैगा सबजैक्ट हुंदा हैगा। पर जिहड़े वर्ड दे मगर नू हुंदा, नू हुंदा हैगा, ਉਹ वाला वाक की हुंदा हैगा, ਉਹ वाला शब्द की हुंदा हैगा, उसनूं कहंदे हैगे ऑब्जेक्ट। ठीक है जी, याद रहूगा ना। लो जी, ये सी साडी पहली चीज़। हुण आपां गल करन लगे हां किहड़े-किहड़े होर शब्द ने जिन्हां बिना साडी ट्रांसलेशन अधूरी है। पहले 10 मिनटां दे विच असीं एक बहुत वड्डी चीज़ सीखी। हुण अगले 5 ਜਾਂ ਵੱਧ ਤੋਂ ਵੱਧ 10 मिनट दे विच तुहानूं जो भी चीज़ रह गई ट्रांसलेशन वास्ते तुहानूं वो भी आ जाऊगी। बस तैयार रहियो, नोट करते रहो तुसीं इहनूं। हाँ जी, बिल्कुल तुहाडे कोले अगे सामने आ चुकिया है। ट्रांसलेशन करने वास्ते पहला तुसीं सेंटेंस के पिछे देखिया करो कि वह वाक प्रेजेंट है कि पास्ट है। जो तुहानूं पता लग गया कि प्रेजेंट है, प्रेजेंट का कित्थों पता लगा सानूं? है हन, सी है हन तो पता लग जाता कि वाक के पिछे है हन जां हाँ तो नहीं हैगा, जी हैगा तो प्रेजेंट है। फिर दूसरी गल तुसीं ये देखनी है कि वाक दे मगर है हन तो पहला भी की हैगा कि उहदे च दा है, दी है, दे हन, दियां हन हुंदा हैगा। जे ये चीज़ है वाक के पिछे तो तुसीं उत्थे वो वाक दे विच पहली फॉर्म लाउणी है वर्ब दी जां पहली फॉर्म नाल एस जां ईएस लाउणी है। जे वो सेंटेंस नेगेटिव बनाउणा जां इंटरोगेटिव बनाउणा फिर डू जां डज लगदा हुंदा। पर जे तुसीं वेखिया वाक दे पिछे रेहा है, रही है, रहे हन, रहीआं हन पिया हैगा, फिर वो वाक दे विच सबजैक्ट ऑब्जैक्ट तो चलो अगे पिछे लगना ही है, वाक दे मूहरे सबजैक्ट लगना। कल वाली क्लास च सिखाया सो किहड़े-किहड़े प्रोनाउन ने ਜਿਹੜੇ सब्जैक्ट लग सकते हैं। तो प्लीज़ ये क्लास देखने तो पहला वो वाली क्लास जरूर लिखो। तो यदा जो लिंक है पहला वाली क्लास का, तो सब तो पहली क्लास का भी उसका लिंक डिस्क्रिप्शन बॉक्स के हेठा दिता हुआ है। तो जे तुसीं बिल्कुल नवे होगे चैनल में जरूर सबसक्राइब कर दो, तो जे कर चुके हो तो अगे वीडियो में जरूर शेयर करना, तो हाँ अपनी फीडबैक जरूर देनी है जो तुहानूं समझ आ गया है। उस तो बाद आप गल कर रहे हैं कि जिवें आ चीज़ ना चुका है, चुकी है, ये ना कई बार वाक दे विच ये नहीं लिखा होंदा चुका है, चुकी है। वाक दे मगर लग्या हुंदा हैगा आ है, ई है, ए हन। समझाऊंगा तुहानूं मैं, पता लग गया तुहानूं। लो जी, आपां सब तो पहला की काम करना, एक आपां सेंटेंस पढ़िया, उसने अपना काम कर लिया है, 3 वाक लिखे, 3 ही रूल दसने, तुसीं दसना गा कि पहले विच किहड़ा रूल आऊगा, ए आऊगा, बी आऊगा कि सी आऊगा। उसने अपना काम कर लिया है, असीं वाक दे देखिया पिछे कर लिया है मतलब कर चुकिया है, कर लिया है जां कर चुका है, इको गल ही है कि कर चुका है। इहदे करके इहदे विच हुण आ है आ गया, सो आ गया आ है, पता लग गया सानूं। इहदे विच हैज हैव लगूगा। हुण इहदे विच देखो भी क्रिया किहड़ी हैगी, काम करना। काम करना क्रिया की, काम करने वाला कौन हैगा? उसने। ठीक है, मैं पहले तो दस्सिया सी जिस वाक दे पिछे ने लग्या होगा सबजैक्ट हुंदा। तो साडे कोले आंसर मिल गया, सबजैक्ट पहला, जिवें उसने दा इंग्लिश बनिया ही दे नाल की लगदा हुंदा हैगा हैज। सब तो पहली क्लास दे विच मैं तुहानूं यही समझाया सीगा भी किहदे नाल की लगदा हुंदा हैगा। हुण इत्थे हैज हैगा, क्यों लग्या? क्योंकि इत्थे ही हैगा। ही हैज करन दी इंग्लिश की हुंदी हैगी डू, ते डू दी थर्ड फॉर्म की हुंदी है डन। अपना अपने दी इंग्लिश बनिया हिज, काम दी इंग्लिश होगी वर्क। सो पहला सेंटेंस बन गया है। दूसरा है मेरा दोस्त रोजाना सैर करदा। करदा मतलब रोजाना आ गया, मतलब कि हुण भी करदा हैगा, करदा है आ गया। तो हुण तुसीं वेखिया कि इहदे विच करदा है हैगा, रूल बन गया आ वाला। इसे करके हुण असीं कहा भी इहदे विच तां जी वर्ब दी पहली फॉर्म लगू जां फर्स्ट फॉर्म नाल एस जां ईएस लगूगी। ठीक है जी। उस तो बाद आपां क्रिया लभनी सैर करना, ये बन गई साडी क्रिया। ते क्रिया कौन करदा सैर? मेरा दोस्त। मेरा दोस्त ये क्रिया सब्जैक्ट बन गया है। तो हुण मेरा दोस्त की इंग्लिश की बन गई माई फ्रेंड। बस तुसीं आह वाली गल याद रखनी है किहड़ी कि पहला सब्जैक्ट हुंदा हैगा, फिर जे लोड़ पवे एक्सिलरी, जे लोड़ फिर उस तो बाद वर्ब दी फॉर्म ते उस तो बाद ऑब्जेक्ट। तुसीं कहोगे सर ब्रैकेट दे विच क्यों रखिया एक्सिलरी? क्योंकि जो एक्सिलरी है ऑप्शनल हो भी सकती है, नहीं भी हो सकती। इत्थे हैगी आ होने वाले वाक दे विच लगदी नहीं, क्यों? आ देखो दा है, दी है, सिर्फ पहली फॉर्म लगदी है या फर्स्ट फॉर्म नाल एस या ईएस लगदी है। हुण इत्थे की बन गया माई फ्रेंड वॉक्स डेली। वो एस कदों लगनी है कदों नहीं लगनी मैं तुहानूं दस दांगा मैं, पर पहला तुसीं अगला सेंटेंस बना लईए। हुण आपां अगे वेखिया भी रेहा है ते लग्या होया, मतलब जदों भी किसी वाक दे मगर रेहा है मतलब फर्स्ट फॉर्म नाल आईएनजी पक्का लगूगी लगूगी। हुण इहदे विच आ गया क्लास लगाउणा। लगाउण वाला कौन हैगा? ये बनिया वर्ब। लगाउण वाला कौन हैगा?
मैं। सो ये बनया साडा सब्जेक्ट। की बन गया आई, आई के नाल की लग गया एम, उस तो बाद टेकिंग लगाना क्लास, जा आई एम अटेंडिंग। ठीक है जी। सो ये सीगा साडा प्रेजेंट टेंस वाला रूल। हुण आपां की करते हैं, पास बाय टेंस की गल करते हैं कि आपां वो भी बस इदां ही आ, बहुत सौखा है वो भी। हुण बारी हैगी पास्ट टेंस की। हुण पास्ट टेंस दे विच असीं वेखीए कोई बाहला फर्क नहीं हैगा। पास्ट विच वर्ब दी सैकंड फॉर्म लगदी हैगी ते प्रेजेंट दे विच वर्ब दी पहली फॉर्म लगदी है। पर गल याद रखियो, दा सी, दी सी, दे सन जां दियां सन। सो मेनली आ चीज़ हुंदी हैगी पास्ट दे विच, जां रहा सी, रही सी, रहे सन। बाकी रूल जिहड़ा हैगा मैं सारा कुछ लिखी दिता है, बिल्कुल सेम है जिवें पहला मैं प्रेजेंट दे रूल डिटेल दे भी दस्से ने, उवें ये पास्ट दे रूल ने कि डिटेल की लोड़ नहीं हैगी, क्योंकि जो पहला वाले समझ आ गए रूल अगे तुहाडे कोल सामने पए ने, समझ तुहानूं ये भी आ जाणगे। जिवें हुण एक एग्जांपल करिए, उन्होंने मैनूं बुलाया, उन्होंने मैनूं बुलाया, हुण तुसीं कहोगे जे है हन तां है नहीं, पर तुसीं देखो वाक दे मगर आ लग्या पिया गा ते आ पिया, मतलब सानूं पता लग गया कि इहदे विच वर्ब दी सैकंड फॉर्म लगूगी। जब सानूं ये पता लग गया, हुण देखो बुलाउणा, ये बनी साडी क्रिया। बुलाउण दी इंग्लिश की हुंदी आ कॉल। हुण बुलाउण वाला कौन हैगा? मैनू आ कि उन्हां ने हैगा? दसो जल्दी जल्दी। मैं तुहानूं एक रूल होर भी दस्सिआ, जिहदे मगर ने होवे ਉਹ ਸਬਜੈਕਟ ਹੁੰਦਾ, ਜਿਹਦੇ ਮਗਰ ਨੂੰ ਹੋਵੇ ਉਹ ਆਬਜੈਕਟ ਹੁੰਦਾ। ਹੁਣ ਨੇ ਇਹਦੇ ਮਗਰ ਆ, ਇਸੇ ਕਰਕੇ ਇਹ ਬਣਿਆ ਸਾਡਾ ਸਬਜੈਕਟ ਤੇ ਆ ਬਣਿਆ ਸਾਡਾ ਆਬਜੈਕਟ। ਤਾਂ ਬਣਾ ਲਓ ਹੁਣ ਉਹਨਾਂ ਨੇ, ਹੁਣ ਇਹਦੇ ਉਹਨਾਂ ਨੇ ਆ, ਉਹਨੇ ਨਹੀਂ ਹੈਗਾ, ਉਹਨਾਂ ਨੇ ਮਤਲਬ ਜ਼ਿਆਦਾ, ਉਹਨਾਂ ਨੇ, ਤਾਂ ਇਹ ਜ਼ਿਆਦਾ ਬਣ ਗਿਆ, ਮਤਲਬ ਬਣਿਆ ਦੇ। ਇੱਕ ਬੁਲਾਉਣ ਦੀ ਇੰਗਲਿਸ਼ ਹੋ ਗਈ ਕਾਲਡ, ਤੇ ਅੱਗੇ ਬਣਿਆ ਮੈਨੂੰ ਦੀ ਇੰਗਲਿਸ਼ ਕੀ ਬਣੀ ਮੀ। ਤਾਂ ਰਾਜੇ ਦੇਖੋ, मैं सिर्फ ਤੁਹਾਨੂੰ ट्रांसलेशन वास्ते प्रेजेंट ਤੇ पास्ट करवा रहा ਹਾਂ। करवायागा फ्यूचर क्यों नहीं करवाया जे? क्योंकि फ्यूचर ਦਾ सिर्फ ਹੁਣੇ ਹੁਣੇ ਹੋ ਜਾਊਗਾ। फ्यूचर ਦਾ ਬਹੁਤ ਸੌਖਾ ਹੈਗਾ। फ्यूचर ਦੇ ਵਿੱਚ ਕੀ ਲੱਗਦਾ ਹੁੰਦਾ ਹੈਗਾ, ਤੁਸੀਂ ਸਿਰਫ ਇੱਕ ਯਾਦ ਰੱਖੋ ਕਿ फ्यूचर ਦੇ ਵਿੱਚ will ਜਾਂ shall ਦੇ ਨਾਲ verb ਦੀ ਪਹਿਲੀ ਫਾਰਮ ਲੱਗਦੀ ਆ। ਸ਼ਾਇਦ ਤੁਹਾਨੂੰ ਯਾਦ ਹੋਵੇ ਆਪਾਂ ਲਾਸਟ ਕਲਾਸ ਦੇ ਵਿੱਚ ਕੀਤਾ, ਜਦੋਂ I ਤੇ would ਹੁੰਦਾ ਉਹਦੇ ਨਾਲ shall ਹੁੰਦਾ ਹੈਗਾ, with others मतलब बाकियां नाल की लगदा हुंदा जी will लगदा हुंदा, बाकियां नाल लगदा हुंदा हैगा will। तां इह सी साडे अज दी क्लास दे विच टेंस। हुण मैं जिवें तुहाडे नाल वादा कीता सी कि इक्को ही क्लास दे विच मैं तुहानूं 20-25 मिनट दे विच ही तुहानूं मैं तुहानूं वॉइस भी करा दूंगा। बस तुहानूं मैं हुण वॉइस दा एक पार्ट तुहानूं अज वे करवा देना, तुहानूं मैं हुणे करवा देना, तो वॉइस भी थोड़ी बहुत जल्दी जी है कंप्लीट हो जाएगी। बस मेरे नाल जुड़े रहियो, बस इधर उधर ना होइयो कि सोच रहे हो भी हुण क्लास आप इधर कर ली या उधर हो जी ना, बिल्कुल भी इदा नहीं होनागा, क्योंकि ये क्लासा बहुत जरूरी ने गियां। ओके, तो तैयार हो जाओ, हुण आपां करन लगे हां जी वॉइस। तो हुण तुहाडे सामने ट्रांसलेशन तो बाद तुहाडा वॉइस मतलब ਤੁਹਾਡਾ ਐਕਟਿਵ ਤੇ ਪੈਸਿਵ ਸ਼ੁਰੂ ਹੋ ਜਾਂਦਾ ਹੈਗਾ। ਤੁਹਾਡੇ ਕੋਲੇ ਜੋ ਜਦੋਂ ਐਕਟਿਵ ਹੁੰਦਾ, ਤੁਹਾਡੇ ਕੋਲੇ ਐਕਟਿਵ ਵੀ ਐਕਟਿਵ ਬਣਾਓ ਇਹਨੂੰ, ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਧਿਆਨ ਦੇਣਾ ਹੁੰਦਾ ਹੈਗਾ ਕਿ ਤੁਹਾਡਾ ਸਬਜੈਕਟ ਕਿਹੜਾ ਹੈਗਾ, ਆਬਜੈਕਟ ਕਿਹੜਾ। ਜਿਵੇਂ ਸਾਨੂੰ ਪਤਾ ਹੈਗਾ ਕਿ ਜੋ ਸਾਡੇ ਸੈਂਟੈਂਸ ਦੀ ਸ਼ੁਰੂਆਤ ਵਿੱਚ ਹੁੰਦਾ ਹੈਗਾ ਉਹ ਸਾਡਾ ਸਬਜੈਕਟ ਹੁੰਦਾ ਹੈਗਾ, ਜੋ ਵਾਕ ਦੇ ਅਖੀਰ ਵਿੱਚ ਹੁੰਦਾ ਆਬਜੈਕਟ ਹੁੰਦਾ। ਪਰ ਕਈ ਵਾਰ ਗੱਲ ਇਹ ਵੀ ਗੌਰ ਕਰਨ ਵਾਲੀ ਹੈਗੀ, ਕਈ ਵਾਰ ਨਾ ਕੀ ਹੁੰਦਾ ਸਾਡੇ ਕੋਲ ਇੱਕ ਤੋਂ ਵੱਧ ਆਬਜੈਕਟ ਪਏ ਹੁੰਦੇ ਨੇਗੇ, ਤਾਂ ਉਹ 'ਚ ਉਲਝਣ ਦੀ ਲੋੜ ਨਹੀਂ ਹੁੰਦੀ, ਤੁਸੀਂ ਕੋਈ ਮਰਜ਼ੀ ਆਬਜੈਕਟ ਅੱਗੇ ਲੈ ਕੇ ਆਓ। ਜਿਵੇਂ ਇੱਥੇ ਦੇਖੋ ਦੇ ਹੈਵ ਹੈਲਪਡ ਮੀ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਕਰਨਾ, ਸਾਨੂੰ ਕਿਹਾ ਜਾਂਦਾ ਅਗਲੀ ਚੀਜ਼ ਪਿੱਛੇ ਲੈ ਜਾਓ, ਪਿਛਲੀ ਚੀਜ਼ ਜਿਹੜੀ ਹੈ ਅੱਗੇ ਲੈ ਆਓ। ਅਗਰ ਜਿਵੇਂ ਮੀ ਹੈ, ਮੀ ਦਾ ਅਗਰ ਮੈਂ ਅੱਗੇ ਲਿਆਵਾਂ ਤਾਂ ਇੱਥੇ ਅੱਗੇ ਆ ਕੇ ਮੀ ਦਾ ਕੀ ਬਣੂਗਾ, ਆ ਲਿਖਿਆ ਹੋਇਆ, ਇਹ ਉਹ ਅੱਖਰ ਨੇ, ਇਹ ਸਬਜੈਕਟ ਨੇ ਜਿਹੜੇ ਕਿ ਵਾਕ ਦੇ ਅੱਗੇ ਲੱਗਦੇ ਨੇ, ਆਹ ਉਹ ਨੇ ਜਿਹੜੇ ਕਿ ਵਾਕ ਦੇ ਪਿੱਛੇ ਲੱਗਦੇ ਨੇਗੇ ਇਹ। पर आ देखो जिवें लास्ट में लिखा नाउन, नाउन मतलब नाउन, नाउन का मतलब कि मतलब सपोज करो इत्थे बॉय लिखा होया बॉय, तो बॉय का बॉय रहनागा, कुछ नहीं बदलदागा। जिवें आ देखो दे हैव कॉल्ड, दे हैव कॉल्ड अ बॉय, हुण यह नाउन हैगा, यह नाउन ना ये उवें उवें रहूगा। सो दे हैव कॉल्ड अ बॉय, सब तो पहला काम ये हुंदा हैगा
कि तुसी जिहड़ा अगे आ उहनूं पिछे लै जाओ, पिछले नूं अगे लै जाओ। मतलब इत्थे बनिया आ बॉय दा रह गया बॉय, ते जिहड़ी जी पिछे जांदी हुंदी हैगी, पिछे हुण बन गया दे, मूरे दे हैगा, पिछे जाके की बन गया ये दैम, तां ये पिछे जाके बन गया दैम, पर दैम दे मूरे की ला लिया करो बाय। मतलब कोई भी चीज़ जिहड़ी पिछे जांदी हैगी ਉਹਦੇ ਮੂਹਰੇ ਕੀ लगा लिया करो बाय ला लिया करो, जिवें इत्थे बन गया। उस तो बाद एक बड़ी इंपोर्टेंट चीज़ है वो की है, हर एक पैसिव दे विच वर्ब दी तीजी फॉर्म लगदी हुंदी है, पक्का ही आ। देखो तुसी मैं ऊपर ना रूल लिखे हुए ने तुहाडे वास्ते, अगर तुसी गौर करो इत्थे भी इहदे पिछे तीजी फॉर्म है, इत्थे भी तीजी फॉर्म है, इत्थे भी तीजी फॉर्म है। मतलब वॉइस दे विच हमेशा वर्ब दी थर्ड फॉर्म लगदी हैगी। की लगदी हुंदी हैगी? की लगदी हुंदी हैगी? पैसिव दे विच हमेशा वर्ब दी तीजी फॉर्म। सब तो पहला काम की करना, तुसी अगली चीज़ पिछे लै जाओ, पिछली चीज़ अगे लै जाओ। ऑप्शन का एक दो तो इत्थे ही खत्म हो जाते हैं कई बार, जिवें हुण दैम दा अगर इत्थे दैम आगा, ऑप्शन दे विच तुहाडे कोल इत्थे दैम दी थां दे उपर की पिया हुंदा, सॉरी दे पिया हैगा, दे दा दे ही पिया हुंदा, वो गलत हुंदा। दे दी जगह के उपर दैम तो इलावा जो भी कुछ पिया हुंदा इत्थे दैम तो इलावा वो गलत ही मन्निया जाना सीगा। गल पै गई पल्ले। उस तो बाद अपने दो काम हो गए। सब तो पहला अपने की किया, बॉय पिछली चीज़ अगे ले आए, अगली चीज़ पिछे लै गए, वो मूहरे बाय लाता, नाल वर्ब की तीजी फॉर्म। हुण आ तीजी फॉर्म है ना, पहले लगी हुई है तो पहले तीजी फॉर्म लगा ली। उस तो बाद काम रह गया हुण मेन, वो की रह गया वो आपां वेखदे हां कि आ उपर रूल लिखे हुए। अगर तुसी वाक दे विच, अगर तुसी वाक दे विच वर्ब की पहली फॉर्म या पहली फॉर्म में ऐसे एस या डू या डज देख लो, तुसी रूल आ लगाओगे उत्थे पहली डू डज कट्टिया जांदा हैगा, जां फर्स्ट फॉर्म की जगह के उपर की लग जाता, उत्थे इज एम आर लग जाता है। पर जो इज एम आर पहले ही पियागा तो बदल नहीं सकते, जी चीज़ पई है कि एक्सिलरी बदली नहीं जाती जो एक बारी हैगी है। हुण इज एम आर है तो इज एम आर ही रहूगा, पर जी आई एन जी की फॉर्म है ना, इधर देखो मैं रेड के विच लिखिया बीइंग बन गया जी, क्योंकि जे आप उत्थे बीइंग कट के थर्ड फॉर्म लाते तो गलत हो जाना सीगा। जो चीज़ इधर हैगी है सारी वो इधर रहूगी, बल्कि एक्स्ट्रा लगूगी की तीजी फॉर्म। हुण इत्थे हैज़ हैव दा हैज़ हैव आ गया, पर वर्ब दी थर्ड फॉर्म दा लग गया बीन, क्योंकि बी वाज बीन, ते आ थर्ड फॉर्म लग गई पैसिव दी। गल आ गई समझ दे विच। हुण बनाओ इहनूं, दे हैव हेल्प अ बॉय, आ बॉय आ गया। हुण आ बॉय दे नाल की लगूगा? याद रखियो गल ये ना होवे कि तुसी कहा भी है इहदे विच हैव हैगा, क्वेश्चन दे विच आंसर दे विच भी हैव आऊगा, नहीं, वो फैमिली हुंदी है। हुण हैज़ दी फैमिली हैज़ ते हैव हुंदा हैगा। इज अगर क्वेश्चन दे विच हैगा तो जरूरी नहीं है कि इज ही रहूगा, वो इज भी हो सकता है, एम भी हो सकता है, आर भी हो सकता है। इसलिए हुण इत्थे की आऊगा, लड़का सिंगल हैगा, इसे करके इत्थे आंसर आऊगा इत्थे हैज। एक काम पूरा हो गया। उस तो बाद बन गई गल बीन दी, ते बीन तो बाद उसकी थर्ड फॉर्म किहड़ी हैगी? बीन तो बाद ऑलरेडी इत्थे हेल्प लग्या हुआ। सो यह आंसर तुहाडा बन गया। हुण अगर मैं आ बनावां आई कॉल हिम, तुसीं देखिया कि कॉल तो वर्ब दी पहली फॉर्म आ, पहली फॉर्म आ गई, इसे करके आपां रूल क्या लगावांगे आहा। हुण हिम दा अगे आके की बन गया? ही। आई दा पिछे जाके की बन गया? बाय मी। तां विचकार की रह गया? ही दे नाल की लग गया? इज। कॉल दी थर्ड फॉर्म की बन गई? कॉल्ड। बस इन्नी की गल सीगी। ये सीगे प्रेजेंट वाले एक्टिव ते पैसिव। हुण आपां पास्ट वाले करदे आ, पास्ट वाले भी ਉਹੀ चीज़ चलूगी, ਜਿਹੜੇ ਹੇਠਾਂ ਲਿਖਿਆ ਹੋਇਆ ਸਬਜੈਕਟ ਤੇ ਆਬਜੈਕਟ ਉਹੀ ਚੀਜ਼ ਚੱਲੂਗੀ, ਬਸ ਸਿਰਫ ਉੱਪਰਲੇ ਜਿਹੜੇ ਰੂਲ ਨੇਗੇ ਉਹ ਚੇਂਜ ਹੋ ਜਾਣਗੇ। ਸੋ ਹੁਣ ਆਪਾਂ ਗੱਲ ਕਰਦੇ ਆਂਗੇ ਪਾਸਟ ਵਾਲੇ। ਸਾਰੇ ਤੁਸੀਂ ਵੇਖੋ ਇਹ ਪਾਸਟ ਵਾਲੇ ਨੇਗੇ ਸਾਰੇ। ਤਾਂ ਅਗਰ ਤੁਸੀਂ ਵਾਕ ਦੇ ਵਿੱਚ ਵਰਬ ਦੀ ਦੂਜੀ ਫਾਰਮ ਦੇਖ ਲਓ, ਕਿਉਂਕਿ ਦੂਜੀ ਫਾਰਮ ਦਾ ਸਾਨੂੰ ਪਤਾ ਕਿਵੇਂ ਲੱਗੂ, ਤੁਸੀਂ ਕਹੋਗੇ ਸਰ ਸੈਕਿੰਡ ਫਾਰਮ ਤੇ ਥਰਡ ਫਾਰਮ ਦਾ ਸੇਮ ਹੁੰਦੀ ਹੈ, ਬਿਲਕੁਲ ਸੇਮ ਹੁੰਦੀ ਆ, ਪਰ ਥਰਡ ਫਾਰਮ ਦੇ ਅੱਗੇ ਕੁਛ ਨਾ ਕੁਛ ਲੱਗਿਆ ਹੁੰਦਾ ਹੈਗਾ, ਕੋਈ ਨਾ ਕੋਈ ਐਗਜ਼ਿਲਰੀ, ਕੋਈ ਨਾ ਕੋਈ ਹੈਲਪਿੰਗ ਵਰਬ ਲੱਗੀ ਹੁੰਦੀ ਹੈਗੀ, ਪਰ ਜਿਹੜੀ ਸੈਕਿੰਡ ਫਾਰਮ ਆ ਉਹਦੇ ਨਾਲ ਕੁਛ ਨਹੀਂ ਲੱਗਿਆ ਹੁੰਦਾ ਹੈਗਾ, ਕਦੇ ਵੀ ਨਹੀਂ ਲੱਗਦਾ ਹੈਗਾ। ਹੁਣ ਛੱਡੋ ਆਈ ਨਹੀਂ ਵੀ ਐਕਟਿਵ ਪੈਸਿਵ 'ਚ ਕਦੇ ਵੀ ਨਹੀਂ ਲੱਗਦਾ, ਸੈਕਿੰਡ ਫਾਰਮ ਦੇ ਅੱਗੇ ਕੁਛ ਵੀ ਨਹੀਂ ਲੱਗਦਾ ਹੈਗਾ। ਅਗਰ ਲਗਾਉਣਾ ਪੈ ਜੇ ਤਾਂ ਉਹਦੇ ਮੂਰੇ ਕੁਛ ਜਦੋਂ ਲਗਾਉਣਾ ਪੈ ਜੇ ਤਾਂ ਵਰਬ ਦੀ ਸੈਕਿੰਡ ਫਾਰਮ ਨੂੰ ਪਹਿਲਾਂ ਫਸਟ ਕਰਨਾ ਪਊ, ਫਿਰ ਪਾਸਟ ਵਾਲੀ ਕੋਈ ਚੀਜ਼ ਲਗਾਉਣੀ ਪਊਗੀ। ਖੈਰ ਉਹ ਕਦੇ ਆਪਾਂ डिटेल वाली क्लास लगा के ਉਹਦੇ ਵਿੱਚ ਦੇਖਾਂਗੇ। ਫਿਲਹਾਲ ਆਪਾਂ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ View ਤੋਂ ਕਰ ਰਹੇ ਹਾਂਗੇ। ਹੁਣ ਤੁਸੀਂ ਵੇਖੋ ਵਰਬ ਦੀ ਸੈਕਿੰਡ ਫਾਰਮ ਜਦੋਂ ਹੋਵੇ ਤਾਂ ਵਾਸ ਵਰ ਬਣ ਜਾਂਦਾ, ਜਿਵੇਂ ਆ ਦੇਖੋ ਮੀ ਆਗਾ ਇੱਥੇ ਆਪ ਆਇਆ, ਮੀ ਦਾ ਅੱਗੇ ਆ ਕੇ ਕੀ ਬਣ ਜਾਊਗਾ? ਕੀ ਬਣ ਜਾਊਗਾ? ਆਈ। ਬॉय ਦਾ ਕੀ ਬਣ ਜਾਊਗਾ? बॉय ਦਾ ਪਿੱਛੇ ਜਾ ਕੇ ਬॉय ਲਿਖਾ ਬਾਏ, ਬਾਏ ਆ ਬॉय। ਹੁਣ ਕੀ ਕਰਨਾ ਹੈਗਾ?
ਸੈਕੰਡ ਫਾਰਮ ਜਦੋਂ ਹੋਵੇ ਆਪਾਂ ਲੱਭ ਲਈ ਸੈਕੰਡ ਫਾਰਮ ਹੈ ਕੀ ਇਹ, ਤਾਂ ਇਹਦਾ ਕੀ ਕਰਨਾ ਵਾਸ ਜਾਂ ਵਰ। ਸੋ ਆਈ ਦੇ ਨਾਲ ਕੀ ਲੱਗ ਗਿਆ ਵਾਸ ਤੇ ਨਾਲ ਵਰਬ ਦੀ ਤੀਜੀ ਫਾਰਮ ਕਿਹੜੀ ਹੈ ਇਹਦੇ ਵਿੱਚ ਆਲਰੇਡੀ ਹੈਲਪ ਹੈ। ਸੋ ਇਹ ਆਨਸਰ ਸਾਡਾ ਬਣ ਗਿਆ। ਉਸ ਤੋਂ ਬਾਅਦ ਦੇਖੋ ਵਾਸ ਵਰ ਨਾਲ ਬੀ ਆ, ਪਹਿਲੇ ਹੀ ਦੇਖਿਆ ਹੈਗਾ ਕਿਉਂਕਿ ਆਈਐਨਜੀ ਦੀ ਫਾਰਮ ਹੈਗੀ, ਆਈਐਨਜੀ ਦੀ ਫਾਰਮ ਆਏ ਬਣ ਜਾਂਦੀ ਹੈ, ਬੀਇੰਗ ਬਣ ਜਾਂਦੀ ਆ। ਥਰਡ ਫਾਰਮ ਪਿੱਛੇ ਲੈ ਕੇ ਕੀ ਬਣ ਜਾਂਦਾ ਹੈਗਾ, ਬੀਇੰਗ ਬਣ ਜਾਂਦਾ ਜੀ। ਬਸ ਇੰਨੀ ਕੁ ਗੱਲ ਹੈਗੀ। ਸੋ ਤੁਸੀਂ ਕੀ ਕਰਨਾ ਹੈਗਾ, ਤੁਹਾਡਾ ਜਿਹੜਾ ਟੈਸਟ ਹੈਗਾ ਪਹਿਲਾਂ ਚੰਗੀ ਤਰ੍ਹਾਂ ਨੂੰ ਸਮਝੋ। ਮੈਂ ਕੁਝ ਕੁ ਸੈਂਟੈਂਸ ਮੈਂ ਹੁਣੇ ਦੇ ਦੂੰਗਾ ਤੁਹਾਨੂੰ ਮੈਂ, ਤਾਂ ਕਿ ਤੁਸੀਂ ਉਹਨੂੰ ਟਰਾਂਸਲੇਟ ਵੀ ਕਰ ਸਕੋ ਤੇ ਨਾਲ ਨਾਲ ਉਹਨਾਂ ਟਰਾਂਸਲੇਸ਼ਨ ਤੋਂ ਬਾਅਦ ਉਹਦਾ ਐਕਟਿਵ ਪੈਸਿਵ ਵੀ ਬਣਾ ਸਕੋ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਆਂਗੇ ਇੱਕ ਦੋ ਹੋਰ, ਇੱਕ ਟਾਈਪ ਹੋਰ ਰਹਿ ਗਈ, ਆਪਾਂ ਉਹ ਵੀ ਹੁਣੇ ਹੋਈ ਕਰਦੀ ਆਪਾਂ। ਸੋ ਹੁਣ ਹੈ, ਮੈਨੂੰ ਫਿਊਚਰ ਦਾ ਨਹੀਂ ਕਹਾਂਗਾ, ਇਹਨੂੰ ਮੈਂ ਕਹਾਂਗਾ ਮਾਡਲ। ਸੋ ਜਿਹੜੇ ਮਾਡਲਸ ਹੁੰਦੇ ਨੇਗੇ, ਅਗਰ ਤੁਸੀਂ ਦੇਖੋ ਵਿਲ, ਸ਼ੈਲ, ਵੁੱਡ, ਸ਼ੁੱਡ, ਕੈਨ, ਕੁਡ, ਮੇ, ਮਾਈਟ ਜਾਂ ਮਸਟ ਵਾਕ ਦੇ ਵਿੱਚ ਪਏ ਨੇ ਤੇ ਇਹਨਾਂ ਦੇ ਨਾਲ ਬਹੁਤੀ ਪਹਿਲੀ ਫਾਰਮ ਪਈ ਹੈਗੀ, ਪਹਿਲੀ ਫਾਰਮ ਯਾਦ ਰੱਖਿਓ। ਤਾਂ ਜਦੋਂ ਇਹ ਪੈਸਿਵ ਬਣੂਗਾ ਤਾਂ ਮਾਡਲ ਦੇ ਨਾਲ ਬੀ ਲੱਗ ਜਾਂਦਾ ਹੈਗਾ ਤੇ ਨਾਲ ਵਰਬ ਦੀ ਥਰਡ ਫਾਰਮ ਲੱਗ ਜੂ। ਹੁਣ ਤੁਸੀਂ ਕਹੋਗੇ ਬੀ ਕਿੱਥੋਂ ਆ ਗਈ, ਕਿਉਂਕਿ ਅਸਲ ਦੇ ਵਿੱਚ ਬੀ ਵਰਬ ਦੀ ਪਹਿਲੀ ਫਾਰਮ ਦਾ ਕੰਮ ਕਰ ਰਹੀ ਹੈਗੀ, ਕਿਉਂਕਿ ਐਕਟਿਵ ਤੋਂ ਪੈਸਿਵ ਬਣਾਉਣ ਲੱਗਿਆ ਵਰਡ ਸੇਮ ਰਹਿੰਦਾ, ਸਿਰਫ ਇੱਕ ਐਕਸਟਰਾ ਚੀਜ਼ ਲੱਗਦੀ ਹੈ, ਉਹ ਲੱਗਦੀ ਹੈ ਵਰਬ ਦੀ ਤੀਜੀ ਫਾਰਮ। ਸਮਝ ਕੇ ਕੰਮ ਬੜਾ ਸੌਖਾ ਹੈਗਾ। ਦੇ ਵਿਲ ਹੈਲਪ ਅਸ, ਅਸ ਦਾ ਮੂਹਰੇ ਆ ਕੇ ਬਣ ਗਿਆ ਵੀ, ਦੇ ਦਾ ਪਿੱਛੇ ਜਾ ਕੇ ਕੀ ਬਣ ਗਿਆ ਬਾਏ them, ਵਿਲ ਦਾ ਰਹਿ ਗਿਆ ਵਿਲ। ਹੁਣ ਦੇਖੋ, ਹੁਣ ਇੱਥੇ ਕੁਐਸਚਨ ਚ ਸ਼ੈਲ, ਜੇ ਸ਼ੈਲ ਪਿਆ ਹੋਇਆ ਆਪਸ਼ਨ ਤਾਂ ਆਪਾਂ ਸ਼ੈਲ ਵਾਲਾ ਸਹੀ ਕਰਾਂਗੇ ਆਪਾਂ, ਕਿਉਂਕਿ ਜੇ ਮੰਨ ਲਓ ਸ਼ੈਲ ਨਾ ਪਿਆ ਹੋਇਆ ਫਿਰ ਵਿਲ ਵਾਲਾ ਵੀ ਠੀਕ ਹੈਗਾ, ਪਰ ਆਪਾਂ ਜੇ ਦੋਨੋਂ ਹੀ ਆਪਸ਼ਨ ਪਏ ਨੇ ਆਪਾਂ ਸ਼ੈਲ ਵਾਲੇ ਨੂੰ ਪ੍ਰੈਫਰੈਂਸ ਦਵਾਂਗੇ। ਹੁਣ ਸ਼ੈਲ ਲੱਗ ਗਿਆ, ਉਸ ਤੋਂ ਬਾਅਦ ਕੀ ਲੱਗਣਾਗਾ ਬੀ, ਉਸ ਤੋਂ ਬਾਅਦ ਕੀ ਲੱਗਣੀ ਹੈ ਵਰਬ ਦੀ ਤੀਜੀ ਫਾਰਮ, ਹੈਲਪ ਦੀ ਤੀਜੀ ਫਾਰਮ ਕੀ ਬਣ ਗਈ ਹੈਲਪ। ਉਵੇਂ ਇੱਥੇ ਬਣ ਗਿਆ ਆਈ ਕੈਨ ਪਾਸ ਦਾ ਐਗਜ਼ਾਮ, ਐਗਜ਼ਾਮ ਪਿੱਛੇ ਹੈਗਾ, ਮੂਰੇ ਹੈਗਾ ਆਈ, ਮੂਰੇ ਕੀ ਬਣ ਗਿਆ ਇਹ ਦਾ ਐਗਜ਼ਾਮ, ਇਹਦੇ ਚ ਕੈਨ ਹੈਗਾ, ਕੈਨ ਦਾ ਕੈਨ, ਕੈਨ ਤੋਂ ਬਾਅਦ ਕੀ ਲੱਗਦਾ ਹੈਗਾ ਬੀ, ਬੀ ਤੋਂ ਬਾਅਦ ਪਾਸਡ ਬਾਏ, ਪਾਸਡ ਬਾਏ me, the exam can be passed by me। ਤਾਂ ਰਾਜੇ ਇਹ ਸੀਗੇ ਤੁਹਾਡੇ ਐਕਟਿਵ ਪੈਸਿਵ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਸਮਝ ਆ ਗਏ। ਇਹਦੇ ਵਿੱਚ ਕੋਈ ਵੱਡੀ ਚੀਜ਼ ਨਹੀਂ ਹੈ। ਅਗਰ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਆ ਰਹੀ ਹੈਗੀ ਤਾਂ ਤੁਸੀਂ ਇਸ ਵੀਡੀਓ ਨੂੰ ਦੁਬਾਰਾ ਫਿਰ ਦੇਖਣਾ ਹੈ, ਰਿਵਾਈਂਡ ਕਰ ਕਰਕੇ ਵੇਖਣਾ ਬਾਰ-ਬਾਰ, ਤੇ ਮੈਂ ਵਾਅਦਾ ਕਰ ਦਾਂਗਾ ਕਿ ਇਹ ਜੋ ਅਸੀਂ 25 ਜਾਂ 28 ਮਿੰਟ ਦੇ ਵਿੱਚ ਕਲਾਸ ਲਗਾਈ ਹੈਗੀ, 27-28 ਮਿੰਟ ਦੇ ਵਿੱਚ ਜੋ ਕਲਾਸ ਲਗਾਈ ਹੈ, ਇਹਦੇ ਵਿੱਚ ਤੁਸੀਂ ਕਦੇ ਵੀ ਟਰਾਂਸਲੇਸ਼ਨ ਜਾਂ ਐਕਟਿਵ ਪੈਸਿਵ ਜਾਂ ਟੈਂਸ ਕਰਨੇ ਭੁੱਲੋਗੇ ਨਹੀਂ। ਇਹਨੂੰ ਚੀਜ਼ ਨੂੰ ਬਾਰ-ਬਾਰ ਦੇਖ ਲਿਆ ਕਰੋ, ਬਾਰ-ਬਾਰ। ਸਿਰਫ 30 ਮਿੰਟ ਦੀ ਗੱਲ ਹੈਗੀ। ਮੇਰੇ ਪਿਛਲੇ 12 ਸਾਲ ਦਾ ਜੋ ਤਜਰਬਾ ਹੈਗਾ ਉਹੀ ਮੈਂ ਤੁਹਾਡੇ ਅੱਗੇ ਸਿਰਫ 30 ਮਿੰਟਾਂ ਦੇ ਵਿੱਚ ਸਾਹਮਣੇ ਲਿਆ ਕੇ ਰੱਖਤਾ ਹੈਗਾ, ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ। ਆਪਣੀ ਫੀਡਬੈਕ ਦੇਣੀ ਕਮੈਂਟ ਬਾਕਸ ਦੇ ਵਿੱਚ ਬਿਲਕੁਲ ਨਹੀਂ ਭੁੱਲਣੀ ਗੀ। ਚੰਗਾ ਲੱਗਿਆ ਤਾਂ ਵੀ ਦੱਸੋ, ਚੰਗਾ ਨਹੀਂ ਲੱਗਿਆ ਤਾਂ ਵੀ ਦੱਸੋ, ਕੀ ਚੇਂਜ ਕੀਤੀ ਜਾ ਸਕਦੀ ਹੈ ਮੈਨੂੰ ਉਹ ਵੀ ਦੱਸੋ। ਹੁਣ ਵਾਰੀ ਹੈਗੀ ਤੁਹਾਡੇ ਕੁਝ ਕੁ ਸੈਂਟੈਂਸਸ ਦੀ, ਤਾਂ ਕਿ ਪਤਾ ਲੱਗ ਸਕੇ ਤੁਹਾਨੂੰ ਵੀ ਇਹ ਚੀਜ਼ ਸਮਝ ਆ ਗਈ ਜਾਂ ਨਹੀਂ ਆਏਗੀ। ਤਾਂ ਤੁਹਾਡਾ ਟੈਸਟ ਵੀ ਬਿਲਕੁਲ ਤਿਆਰ ਹੈਗਾ ਅੱਜ। ਪਹਿਲਾ ਹੈ ਟ੍ਰਾਂਸਲੇਸ਼ਨ। ਮੈਂ ਉਸ ਨੂੰ ਜਾਣਦਾ ਹਾਂ, ਮੈਂ ਉਸ ਨੂੰ ਜਾਣਦਾ ਹਾਂ। ਤੁਸੀਂ ਮੇਰੇ ਗੁਆਂਢੀ ਹੋ, ਤੁਸੀਂ ਮੇਰੇ ਗੁਆਂਢੀ ਹੋ। ਮੇਰੇ ਸ਼ਹਿਰ ਦਾ ਨਾਮ ਮਾਨਸਾ ਹੈ। ਚਲੋ ਇਹਦੇ ਬਹਾਨੇ ਮੈਨੂੰ ਤੁਹਾਡੇ ਬਾਰੇ ਪਤਾ ਲੱਗ ਜੂਗਾ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ ਦੇ ਹੋਗੇ। ਤੁਸੀਂ ਜੇ ਪਿੰਡ ਦੇ ਹੋਗੇ ਤਾਂ ਕਹਿ ਦਿਓ ਕਿ ਮੇਰੇ ਪਿੰਡ ਦਾ ਨਾਮ ਇਹ ਹੈ, ਜਿਵੇਂ ਮੇਰਾ ਪਿੰਡ ਹੀਰੇ ਵਾਲਾ ਹੈ, ਤਾਂ ਤੁਸੀਂ ਇੱਥੇ ਆਪਣੇ ਪਿੰਡ ਦਾ ਨਾਮ ਵੀ ਲਿਖ ਸਕਦੇ ਹੋ ਤੇ ਸ਼ਹਿਰ ਦਾ ਨਾਮ ਵੀ ਲਿਖ ਸਕਦੇ ਹੋਗੇ। ਸਹੀ ਦੱਸ ਦਿਓ। ਮੈਂ ਪੇਪਰ ਦੀ ਤਿਆਰੀ ਕਰ ਰਿਹਾ ਹਾਂ। ਤੁਸੀਂ ਕੀ ਕਰਨਾਗਾ, ਇਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਹੀ ਕਮੈਂਟ ਕਰਕੇ ਦੱਸਣਾਗਾ। ਹੁਣੇ ਦੱਸ ਦਿਓ, ਕਰੀ ਚੱਲੋ, ਨਾਲ ਇੱਕ ਵਾਰੀ ਸੁਣ ਲਓ, ਉਸ ਦਾ ਇੱਕ ਸੈਂਟੈਂਸ ਦੀ ਵੀਡੀਓ ਪੌਜ਼ ਕਰਕੇ ਦੇਖੀ ਚੱਲੋ। ਓਕੇ। ਸਾਨੂੰ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਉਸ ਦਾ ਵੌਇਸ ਦਿੱਤੀ ਹੈਗੀ ਕੰਪੀਟੀਟਿਵ ਐਗਜ਼ਾਮ ਦੇ ਧਿਆਨ ਵਿੱਚ ਰੱਖ ਕੇ ਕੀਤਾ ਹੈਗਾ। ਦੇ ਆਰ ਪਲੇਇੰਗ ਹਾਕੀ, ਤਾਂ ਪਹਿਲੀ ਆਪਸ਼ਨ ਹੈ ਦਾ ਹਾਕੀ ਪਲੇਡ ਬਾय मी। दूसरा है दे आर बीइंग प्लेड हॉकी। तीसरा है द हॉकी इज बीइंग प्लेड बाय मी ਤੇ none of the above। ਹੋ ਸਕਦਾ ਤੁਹਾਨੂੰ ਲੱਗਦਾ ਕਿ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਹੈਗਾਗਾ, ਤਾਂ ਤੁਸੀਂ ਚੌਥਾ ਆਪਸ਼ਨ ਲਾਉਣਾਗਾ ਤੇ ਮੈਨੂੰ ਨਾਲ ਸਹੀ ਆਨਸਰ ਵੀ ਦੱਸਣਾ ਵੀ ਸਰ ਇਹਦਾ ਆਨਸਰ ਇਹ ਸਹੀ ਹੈਗਾ। ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 2, I have done it, ਮੈਂ ਕੰਮ ਕਰਤਾ। I had done it, it had been done by me, I have been done it,
ਜਾਂ ਇਟ ਹੈਜ਼ ਬੀਨ ਡਨ ਬਾਈ ਮੀ। ਤਾਂ ਇਹ ਸੀ ਸਾਡੀ ਅੱਜ ਦੀ ਕਲਾਸ। ਮੈਨੂੰ ਸਾਰਿਆਂ ਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ। ਇਹ ਤੁਹਾਡਾ ਅੱਜ ਦਾ ਕੰਮ ਹੈਗਾ, ਇਹਨੂੰ ਤੁਸੀਂ ਨੋਟ ਕਰ ਲਿਓ, ਸਕਰੀਨਸ਼ਾਟ ਲੈ ਕੇ ਰੱਖ ਲਓ ਤਾਂ ਕਿ ਤੁਸੀਂ ਇੱਕ ਇੱਕ ਸੈਂਟੈਂਸ ਕਰਕੇ ਇਹਨੂੰ ਕਰੀ ਚੱਲੋ। ਤੇ ਹਾਂ, ਆਨਸਰ ਜਿਹੜਾ ਵੀ ਤੁਹਾਡਾ ਹੈਗਾਗਾ ਆਪਾਂ ਇਹ ਕਰਦੇ ਆ ਕੁਐਸਚਨ ਨੰਬਰ ਇਹਨੂੰ 6 ਦੇ ਦਿੰਦੇ ਆਂਗੇ, ਇਹਦਾ ਆਨਸਰ ਤੁਹਾਡਾ ਹੋ ਗਿਆ 7। ਓਕੇ, ਤਾਂ ਤੁਸੀਂ ਨਾਲ ਟ੍ਰਾਂਸਲੇਸ਼ਨ ਕਰਕੇ ਵੀ ਮੈਨੂੰ ਮੈਸੇਜ ਕਰਨਾਗਾ ਕਮੈਂਟ ਬਾਕਸ ਦੇ ਵਿੱਚ ਕਲਾਸ ਦੇ ਵਿੱਚ ਹੀ, ਤੇ ਇਹਨਾਂ ਦੇ ਆਨਸਰ ਮੈਨੂੰ ਆਪਸ਼ਨ 'ਚ ਦੇਣਾ ਵੀ 6ਵੇਂ ਦਾ ਆਪਸ਼ਨ ਕਿਹੜਾ ਹੈਗਾ, 7ਵੇਂ ਦਾ ਆਪਸ਼ਨ ਕਿਹੜਾ ਹੈਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਦੇ ਸਦਕਾ। ਦੇਖੋ ਅੱਜ ਆਪਾਂ ਕਿੱਥੇ ਪਹੁੰਚ ਚੁੱਕੇ ਆਂਗੇ। ਕੀ ਕਦੇ ਸੋਚਿਆ ਸੀ ਕਦੇ ਆਪਾਂ ਇਕੱਠੇ ਹੋਵਾਂਗੇ, ਇਕੱਠੇ ਕਲਾਸ ਲਾਵਾਂਗੇ, ਕੋਈ ਕਿੱਥੋਂ ਕੋਈ ਕਿੱਥੋਂ ਕੋਈ ਕਿੱਥੋਂ। ਇਸੇ ਤਰ੍ਹਾਂ ਆਪਣਾ ਪਿਆਰ ਬਣਾਏ ਰੱਖਿਆ ਕਰੋ ਤੇ ਇਸੇ ਤਰ੍ਹਾਂ ਮੈਂ ਆਪਣੀ ਕਲਾਸ ਜਾਰੀ ਰੱਖੂੰਗਾ, ਕੰਟੀਨਿਊ ਰੱਖੂੰਗਾ। ਕੋਈ ਵੀ ਤਰ੍ਹਾਂ ਦਾ ਐਗਜ਼ਾਮ ਆਵੇ, ਕੋਈ ਵੀ ਕੁਝ ਆਵੇ, ਜਿਹੜੀ ਵੀ ਲੈਵਲ ਦਾ ਪੇਪਰ ਹੋਏਗਾ ਉਸ ਲੈਵਲ ਦੀ ਆਪਾਂ ਗ੍ਰਾਮਰ ਕਰਿਆ ਕਰਾਂਗੇ। ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਧੰਨਵਾਦ। ਮਿਲਦੇ ਹਾਂ ਜੀ ਆਪਾਂ ਨੈਕਸਟ ਕਲਾਸ ਦੇ ਵਿੱਚ। ਰੱਬ ਰੱਖਾ।